ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਐਡੀਲੇਡ ਤੋਂ ਸੀਨੀਅਰ ਜਰਨਲਿਸਟ ਮਿੰਟੂ ਬਰਾੜ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ ਤੇ ਬਾਅਦ ਵਿੱਚ ਕਰਦੇ ਹਾਂ ਜੀ ਵਿਚਾਰ ਚਰਚਾ। ਸਵਾਗਤ ਹੈ ਮਿੰਟੂ ਬਰਾੜ ਜੀ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਣਗੇ। ਬਰਾੜ ਸਾਹਿਬ, ਐਡੀਲੇਡ ਦੇ ਪਹਿਲਾਂ ਤਾਂ ਹਾਲਾਤ ਦੱਸੋ ਕਿਹੋ ਜਿਹੇ ਨੇ, ਕਿਉਂਕਿ ਨਿਊ ਸਾਊਥ ਵੇਲਜ਼ ਹੋ ਗਿਆ, ਕੁਇਨਜ਼ਲੈਂਡ ਹੋ ਗਿਆ, ਵਿਕਟੋਰੀਆ ਹੋ ਗਿਆ, ਇਹਨਾਂ ਨੇ ਆਪਣੇ ਆਪਣੇ ਸੂਬਿਆਂ ਨੇ ਡੇਟ ਐਲਾਨ ਦਿੱਤੀ ਹੈ ਕਿ ਸਾਡੇ ਇਸ ਡੇਟ ਦੇ ਉੱਤੇ ਬਾਰਡਰ ਖੁੱਲ੍ਹ ਜਾਣਗੇ, ਲੋਕਾਂ ਦੀ ਜਿਹੜੀ ਆਮਦ ਹੈ ਆਉਣੀ ਜਾਣੀ ਸ਼ੁਰੂ ਹੋ ਜਾਏਗੀ। ਕੀ ਐਡੀਲੇਡ ਵੱਲੋਂ ਵੀ ਕੁਝ ਅਜਿਹਾ ਬਿਆਨਬਾਜ਼ੀ ਕੀਤੀ ਗਈ ਹੈ? ਬਿਲਕੁਲ ਜੀ, ਐਡੀਲੇਡ ਦੇ ਹਾਲਾਤ ਵੀ ਬਹੁਤ ਚੰਗੇ ਆ, ਪਰ ਐਡੀਲੇਡ ਥੋੜਾ ਜਿਹਾ ਫੂਕ ਕੇ ਪੈਰ ਧਰਦਾ ਤੇ ਉਹਨੇ ਜਿਹੜਾ ਸਾਰਾ ਪਿਛਲਾ 2 ਸਾਲ ਦਾ ਟਾਈਮ ਆ ਸਭ ਤੋਂ ਟੌਪ ਤੇ ਵਧੀਆ ਰਹਿ ਕੇ ਗੁਜ਼ਾਰਿਆ ਤੇ ਇਸ ਲਈ ਉਹ ਕਿਸੇ ਵੀ ਕੰਮ 'ਚ ਜਲਦਬਾਜ਼ੀ ਨਹੀਂ ਕਰ ਰਿਹਾ। ਵੈਸੇ ਉੜਦੀ ਹਵਾ ਜੀ ਇਹ ਆ ਰਹੀ ਹੈ ਵੀ 24 ਤਰੀਕ ਤੱਕ ਤਕਰੀਬਨ ਬਾਰਡਰ ਜਿਹੜੇ 24 ਨਵੰਬਰ ਨੂੰ ਬਾਰਡਰ ਓਪਨ ਹੋ ਜਾਣਗੇ। ਉੜਦੀ ਕੀ ਅਫੀਸ਼ੀਅਲੀ ਕਹਿ ਸਕਦੇ ਆ, ਪਰ ਥੋੜੀ ਜੀ ਇਹ ਹੈ ਵੀ ਹਜੇ ਵੀ ਸਾਡੀ ਸਰਕਾਰ ਆ ਜਿਹੜੀ ਇਹ ਨਾ ਥੋੜੀ ਜੀ ਜਿਵੇਂ ਇੱਕ ਵਾਰੀ ਕਿਸੇ ਦੇ ਗਲ 'ਚ ਸਰੋਪਾ ਪੈ ਜਾਏ ਨਾ ਤੇ ਉਹਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਉਵੇਂ ਦੀਆਂ ਜ਼ਿੰਮੇਵਾਰੀਆਂ ਵਧੀਆਂ ਹੋਈਆਂ। ਇਹਨੂੰ ਲੋਕ ਕਹਿ ਰਹੇ ਵੀ ਇਸ ਸਰਕਾਰ ਨੇ ਬੜਾ ਸੋਹਣਾ ਅਰੇਂਜ ਕੀਤਾ, ਵਧੀਆ ਮੈਨੇਜ ਕੀਤਾ ਤੇ ਕੋਵਿਡ ਨੂੰ ਦੂਰ ਰੱਖਿਆ। ਸੋ ਇਸ ਲਈ ਮੈਨੂੰ ਲੱਗਦਾ ਹਜੇ ਵੀ ਇਹਨਾਂ ਦਾ ਕੋਈ ਪਤਾ ਨਹੀਂ, ਆਪਦਾ ਜਿਹੜਾ ਆਲਾ ਦੁਆਲਾ ਦੇਖਣ ਤੋਂ ਬਾਅਦ ਹੀ ਫਾਈਨਲ ਡਿਸੀਜਨ ਬਣਾਉਣਗੇ। ਜੀ। ਹੋਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਕਿੱਦਾਂ ਦੀਆਂ ਰੌਣਕਾਂ ਰਹੀਆਂ ਜੀ ਤੁਹਾਡੇ ਵੱਲ? ਰੌਣਕਾਂ ਬਹੁਤ ਵਧੀਆ ਰਹੀਆਂ ਜੀ, ਹਮੇਸ਼ਾ ਹੀ ਵਧੀਆ ਰਹਿੰਦੀਆਂ ਤੇ ਪਰ ਜਿਹੜਾ ਅੱਡੋ ਅੱਡ ਹਰੇਕ ਬੰਦੇ ਦੀ ਦੇਖੋ, ਮੈਂ ਤਾਂ ਕਹਿਣਾ ਹੁੰਦਾ ਵੀ ਇਹ ਨਿੱਜਤਾ ਦਾ ਸਿਸਟਮ ਆ। ਅੱਜ ਕੱਲ ਜਦੋਂ ਸੋਸ਼ਲ ਮੀਡੀਆ ਆਇਆ, ਕੋਈ ਬੰਦਾ ਕਿਸੇ ਚੀਜ਼ ਦੇ ਵਿਰੋਧ ਹੋ ਜਾਂਦਾ, ਕੋਈ ਕਾਸੇ ਚੀਜ਼ ਦੀ ਵਿਰੋਧ ਚ ਹੋ ਜਾਂਦਾ, ਪਰ ਸ਼ੋ ਮਸਟ ਗੋ ਆਨ ਹੁੰਦਾ। ਇਹ ਇੱਕ ਸਿੰਪਲ ਜਿਹਾ ਇੱਕ ਫਾਰਮੂਲਾ ਸਾਨੂੰ ਸਮਝਾਇਆ ਗਿਆ ਵੀ ਜਦੋਂ ਵੀ ਕੋਈ ਚੀਜ਼ ਹੈ ਦੁਨੀਆਦਾਰੀ ਨਾ ਅੱਜ ਠੱਲੀ ਆ ਨਾ ਠੱਲ ਸਕੇ। ਠੀਕ ਆ, ਸਾਡੇ ਮਨਾਂ ਅੰਦਰ ਦਰਦ ਸੀ ਵੀ ਸਾਡੇ ਕਿਸਾਨ ਰੁਲ ਰਹੇ ਆ ਤੇ ਅਸੀਂ ਦੀਵਾਲੀ ਦਾ ਉਹ ਚਾਅ ਨਹੀਂ ਕਰ ਸਕੇ। ਪਹਿਲਾਂ ਤਾਂ ਹਰ ਇੱਕ ਏਜ ਵਰਗ ਦਾ ਇੱਕ ਤਕਾਜ਼ਾ ਹੁੰਦਾ, ਉਮਰ ਦਾ ਤਕਾਜ਼ਾ ਹੁੰਦਾ। ਹੁਣ ਉਮਰ ਦੇ ਤਕਾਜ਼ੇ ਮੁਤਾਬਕ ਲੋਕ ਉਵੇਂ ਦੀਵਾਲੀ ਮਨਾਉਂਦੇ ਆ। ਇੱਥੇ ਆ ਕੇ ਜਿਹੜੇ ਵਿਦੇਸ਼ਾਂ 'ਚ ਬੱਚੇ ਆਏ ਆ ਉਹਨਾਂ ਦਾ ਵੈਸੇ ਚਾਅ ਜਿਹਾ ਖਤਮ ਆ, ਕਿਉਂਕਿ ਉਹਨਾਂ ਨੇ ਇੰਡੀਆ ਵਾਲੀ ਦੀਵਾਲੀ ਦੇਖੀ ਨਹੀਂ। ਜਿਹੜਿਆਂ ਨੇ ਲੋਕਾਂ ਨੇ ਦੇਖੀ ਆ ਉਹ ਉਮਰ ਦੇ ਉਸ ਦੌਰ 'ਚ ਸ਼ੁਰੂ ਹੋ ਗਏ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਹੁਣ ਫਾਲਤੂ ਦੀਆਂ ਲੱਗਣ ਲੱਗ ਗਈਆਂ। ਸੋ ਹੁਣ ਤਾਂ ਇੱਕ ਸਿੰਪਲ ਜੀ ਗੱਲ ਰਹਿ ਗਈ ਵੀ ਬੰਦਾ ਗੁਰੂ ਘਰ ਜਾ ਆਉਂਦਾ। ਮੈਨੂੰ ਤਾਂ ਇਸ ਗੱਲ ਤੇ ਵੀ ਬੜੀ ਹਾਸੋਹੀਣੀ ਗੱਲ ਲੱਗਦੀ ਆ ਵੀ ਗੁਰੂ ਘਰ ਦੇ ਵਿੱਚ ਦੀਵਾਲੀ ਆ ਦਿਨ ਲੈਣਾ ਲੱਗ ਕੇ ਲੋਕ ਜਾਂਦੇ ਆ ਤੇ ਬਾਕੀ ਦਿਨ ਭਾਈ ਗੁਰੂ ਕਾਹਨੂੰ ਯਾਦ ਕਰਦੇ? ਬਾਕੀ ਦਿਨ ਗੁਰੂ ਕੀ ਗੱਲ ਉਹਨਾਂ ਤੁਹਾਡੇ ਹਿੱਸਾ ਨਹੀਂ ਕਿਸੇ ਚੀਜ਼ 'ਚ। ਸੋ ਇਹ ਚੀਜ਼ ਡਰਾਮੇਬਾਜ਼ੀ ਕਰਦੇ ਆ ਵੀ ਅੱਜ ਬਰੇ ਦਿਨਾਂ ਦਾ ਦਿਨ, ਅੱਜ ਜਾਈਏ। ਦੇਖੋ ਹਰ ਦਿਨ ਬਰੇ ਦਿਨਾਂ ਦਾ ਦਿਨ ਹੁੰਦਾ ਤੇ ਰੱਬ ਨੂੰ ਹਰ ਦਿਨ ਹੀ ਧਿਆਨ ਲਈਏ ਤਾਂ ਚੰਗਾ ਹੁੰਦਾ, ਮਾੜਾ ਨਹੀਂ ਹੁੰਦਾ। ਸੋ ਪਰ ਸਾਡੇ ਉਲਟਾ ਜਿੱਦੇ ਦੀਵਾਲੀ ਆ ਜਾਂ ਕੋਈ ਇਦਾਂ ਦਾ ਉਦਣ ਜ਼ਰੂਰ ਅਸੀਂ ਜਾਂਦੇ ਆ। ਬਰਾੜ ਸਾਹਿਬ, ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ, ਕਿਉਂਕਿ ਆਪਾਂ ਬਾਹਰਲੇ ਮੁਲਕਾਂ 'ਚ ਬੈਠੇ ਮੇ ਵੀ ਸ਼ਾਇਦ ਹੋ ਸਕਦਾ ਕਿਉਂਕਿ ਲਾਈਫ ਸਟਾਈਲ ਵੀ ਮੈਟਰ ਕਰਦਾ ਜੀ। ਇੱਥੇ ਬਿਜ਼ੀ ਲਾਈਫ ਹੋ ਜਾਂਦੀ ਹੈ ਬਹੁਤ ਜ਼ਿਆਦਾ, ਫਿਰ ਲੋਕੀ ਇਹ ਹੈ ਕਿ ਚਲੋ ਓਕੇਜਨਲੀ ਜਿਹੜੇ ਤਿਉਹਾਰ ਹੁੰਦੇ ਨੇ ਉਹਨਾਂ ਲਈ ਟਾਈਮ ਕੱਢ ਕੇ ਲੋਕੀ ਸਪੈਸ਼ਲ ਜਾਂਦੇ ਨੇ। ਬਿਲਕੁਲ ਇਹ ਹੈਗੇ ਆ, ਜਦੋਂ ਤੁਸੀਂ ਬਹਾਨੇ ਬਣਾਉਣ ਲੱਗ ਜਾਂਦੇ ਹੋ ਤਾਂ ਉਹ ਤਾਂ ਸਾਰੇ ਨਿਕਲ ਆਉਂਦੇ ਆ। ਪਰ ਅਸਲ ਦੇ ਵਿੱਚ ਗੱਲ ਕੀ ਆ ਵੀ ਅਸੀਂ ਨਾ ਇੱਕ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਅੰਦਰ ਜਿਹੜੀਆਂ ਗੱਲਾਂ ਗੁਰੂ ਸਾਹਿਬ ਦੇ ਸਾਹਮਣੇ ਕਰ ਲਈਆਂ ਉਹ ਗੱਲਾਂ ਹੋਰ ਆ, ਬਾਹਰ ਆ ਕੇ ਹੋਰ ਆ। ਸੋ ਸਾਨੂੰ ਸਾਡਾ ਜਿਹੜਾ ਵਿਸ਼ਵਾਸ ਆ ਉਹ ਸਾਡਾ ਇਕੱਲਾ ਦਿਖਾਵੇ ਤੇ ਸੀਮਤ ਹੋ ਗਿਆ। ਦਿਖਾਵਾ ਮੀਨਸ ਜੇ ਅਸੀਂ ਗੁਰੂ ਦੇ ਸਾਹਮਣੇ ਦੇਖ ਕੇ ਕੁਝ ਕਰ ਰਹੇ ਹਾਂ, ਗੁਰੂ ਸਾਨੂੰ ਦੇਖ ਰਿਹਾ ਤਾਂ ਬਸ ਉਹੀ ਦੇਖ ਰਿਹਾ, ਹੋਰ ਨਹੀਂ ਕਿਤੇ ਦੇਖ ਰਿਹਾ। ਜਦੋਂ ਅਸੀਂ ਬਾਹਰ ਨਿਕਲੇ ਨਾ ਗੁਰਦੁਆਰੇ ਚੋਂ ਅਸੀਂ ਸੇਫ ਹਾਂ, ਕੁਝ ਮਰਜ਼ੀ ਕਰੀਏ। ਸੋ ਇਹ ਇਦਾਂ ਦੀ ਜਿਹੜੀ ਫੀਲਿੰਗ ਆ ਨਾ ਉਹ ਕਿਤੇ ਨਾ ਕਿਤੇ ਮਾੜੀ ਆ। ਰੱਬ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ। ਹਾਂ, ਫਿਰ ਜੇ ਤੁਸੀਂ ਰੁਝੇਵਿਆਂ 'ਚ ਇੰਨੇ ਤਾਂ ਤੁਹਾਨੂੰ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਦੀਵਾਲੀ ਵਾਲੇ ਦਿਨ ਹੀ ਜਾਓ। ਦੀਵਾਲੀ ਦੀ ਨਿਵਰਤ ਜਦੋਂ ਦੀਵਾਲੀ 'ਚ ਇੰਨਾ ਰਸ਼ ਆ ਤਾਂ ਇੱਕ ਦਿਨ ਪਹਿਲਾਂ ਜਾਓ ਜਾਂ ਇੱਕ ਦਿਨ ਪਿੱਛੋਂ ਜਾਓ। ਜੀ ਬਰਾੜ ਸਾਹਿਬ, ਗੱਲ ਕਰ ਲੈਣੇ ਜੀ ਭਾਰਤ ਦੀ। ਤੇ ਭਾਰਤ ਦੀ ਜਦੋਂ ਵੀ ਗੱਲ ਕਰਦੇ ਆ ਜੀ ਕਿਸਾਨਾਂ ਦੇ ਮਸਲੇ ਆਉਂਦੇ ਨੇ ਤੇ ਕਿਸਾਨਾਂ ਦੇ ਮਸਲੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਗੱਲ ਲਖੀਮਪੁਰ ਖੇੜੀ ਦਾ ਮਸਲਾ ਹੈ ਜੀ। ਕਿਉਂਕਿ ਲਖੀਮਪੁਰ ਖੇੜੀ ਦੇ ਵਿੱਚ ਕਿਸਾਨਾਂ ਨੂੰ ਦਰੜਿਆ ਗਿਆ ਸੀ ਗੱਡੀਆਂ ਦੇ ਥੱਲੇ। ਸੋ ਉਹ ਜਿਹੜੀ ਘਟਨਾ ਜੀ ਮਨਾਂ ਦੇ ਵਿੱਚੋਂ ਨਹੀਂ ਜਾਂਦੀ। ਸੁਪਰੀਮ ਕੋਰਟ ਵੱਲੋਂ ਝਾੜ ਮਾਰੀ ਗਈ ਹੈ ਜੀ ਯੂਪੀ ਸਰਕਾਰ ਨੂੰ, ਕਿਉਂਕਿ ਢਿੱਲ ਵਰਤ ਰਹੀ ਹੈ ਜੀ ਆਸ਼ੀਸ਼ ਮਿਸ਼ਰਾ ਦੇ ਮਸਲੇ ਨੂੰ ਲੈ ਕੇ। ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜੀ। ਕਿਸਾਨ ਜੋ ਕਿ ਵਿੱਚ ਜਿਹੜੇ ਸ਼ਾਮਲ ਸਨ ਉਹਨਾਂ ਦੇ ਉੱਤੇ ਪਰਚੇ ਕਰ ਦਿੱਤੇ ਗਏ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਗਿਆ। ਜਿਹੜੇ ਮੇਨ ਦੋਸ਼ੀ ਸਨ ਭਾਜਪਾ ਦੇ ਵਰਕਰ ਜਾਂ ਭਾਜਪਾ ਦੇ ਨੁਮਾਇੰਦੇ ਮੰਤਰੀਆਂ ਦੇ ਬੇਟੇ, ਉਹਨਾਂ ਉੱਤੇ ਅਜੇ ਜਿਹੜੇ ਕੇਸ ਆ ਪੈਂਡਿੰਗ ਨੇ ਜੀ, ਜਾਂ ਉਹਨਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਬਿਲਕੁਲ ਜੀ, ਦੱਸੋ। ਦੇਖੋ ਇਹਦਾ ਦੂਜਾ ਪੱਖ ਤਾਂ ਸਿੱਧੀ ਜੀ ਕਹਾਣੀ ਹੈ ਜੀ। ਦੂਜਾ ਪੱਖ ਇਹ ਹੈ ਵੀ ਉਹੀ ਸੁਪਰੀਮ ਕੋਰਟ ਆ ਜਿਹੜੀ ਕੱਲ ਪਰਸੋਂ ਤੱਕ ਕੋਈ ਗੱਲ ਨਹੀਂ ਸੁਣ ਰਹੀ ਸੀ ਤੇ ਅਸੀਂ ਸੁਪਰੀਮ ਕੋਰਟ ਦੇ ਮਾਮਲੇ ਸਾਨੂੰ ਕਹਿਣੀਆਂ ਪਈਆਂ ਸੀ ਕੁਝ ਕੁ ਗੱਲਾਂ ਜਿਹੜੀਆਂ ਅਸੀਂ ਕਹਿਣੀਆਂ ਨਹੀਂ ਚਾਹੁੰਦੇ ਹੁੰਦੇ। ਪਰ ਸੁਪਰੀਮ ਕੋਰਟ ਦੀ ਤੋਹੀਨ ਮੰਨੀ ਜਾਂਦੀ ਹੈ। ਪਰ ਸੁਪਰੀਮ ਕੋਰਟ ਦੇ ਵਿੱਚ ਵੀ ਗਾਂਹ ਦੀ ਗਾਂਹ ਪੈਨਲ ਹੁੰਦੇ ਆ। ਹੋ ਸਕਦਾ ਜਿਹੜਾ ਹੁਣ ਜੱਜਾਂ ਦਾ ਪੈਨਲ ਆ ਇਸ ਪੈਨਲ ਨੂੰ ਇਹ ਲੱਗਿਆ ਹੋਵੇ ਵੀ ਯੂਪੀ ਸਰਕਾਰ ਜਿਹੜੀ ਉਹ ਢਿੱਲ ਵਰਤ ਰਹੀ ਹੈ ਤੇ ਉਹਨੂੰ ਸਖਤੀ ਕਰਨੀ ਚਾਹੀਦੀ ਹੈ।
ਪਰ ਅਖੀਰ 'ਚ ਜੱਜ ਤਾਂ ਉਹੀ ਹੈ ਨਹੀਂ ਜੀ, ਜਿਹੜੇ ਜਾਂ ਤਾਂ ਰਾਜ ਸਭਾ ਦੇ ਮੈਂਬਰ ਦੀ ਟਿਕਟ ਦੀ ਝਾਕ 'ਚ ਬੈਠੇ ਆ ਤੇ ਜਾਂ ਉਹ ਰਿਟਾਇਰਮੈਂਟ ਤੋਂ ਬਾਅਦ ਬੀਜੇਪੀ ਜੁਆਇਨ ਕਰਨ ਦੀ ਝਾਕ 'ਚ ਬੈਠੇ ਆ ਤੇ ਜਾਂ ਕਿਸੇ ਨਾ ਕਿਸੇ ਰੂਪ 'ਚ ਇਹਨਾਂ ਨੂੰ ਧਮਕੀਆਂ ਦਿੱਤੀਆਂ ਹੋਈਆਂ। ਸੋ ਇਸ ਕਰਕੇ ਜਿਹੜਾ ਵਿਸ਼ਵਾਸ ਆ ਨਾ, ਵਿਸ਼ਵਾਸ ਸਟੈਪ ਬਾਈ ਸਟੈਪ ਸਾਡਾ ਉੱਠਦਾ ਜਾ ਰਿਹਾ। ਪਹਿਲਾਂ ਸਾਡਾ ਵਿਸ਼ਵਾਸ ਉੱਠਿਆ ਸਰਕਾਰ ਤੋਂ, ਉਦੋਂ ਅਗਲਾ ਵਿਸ਼ਵਾਸ ਸਾਡਾ ਉੱਠਿਆ ਮੀਡੀਆ ਤੋਂ, ਵੀ ਮੀਡੀਆ ਦਾ ਦੇਖ ਹੀ ਲਿਆ ਵੀ ਕੀ ਹਾਲ ਆ, ਤੇ ਹੁਣ ਤੀਜਾ ਵਿਸ਼ਵਾਸ ਹੈ ਜਿਹੜਾ ਸੁਪਰੀਮ ਕੋਰਟ ਤੋਂ ਵੀ ਉੱਠ ਚੁੱਕਿਆ। ਵੈਸੇ ਮੈਂ ਥੋੜਾ ਬਹੁਤ ਹੀ ਆ ਜਿਹੜਾ ਅਟਕਿਆ ਹੋਇਆ, ਤੇ ਮੈਨੂੰ ਲੱਗਦਾ ਜਾਂ ਸੁਪਰੀਮ ਕੋਰਟ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰ ਰਹੀ ਆ ਵੀ ਜੇ ਪਬਲਿਕ ਆ, ਜੇ ਅਸੀਂ ਪਬਲਿਕ ਦੇ ਮਾਮਲੇ 'ਚ ਨਾ ਗੱਲ ਕੀਤੀ ਤੇ ਜੇ ਸਾਡੇ ਤੋਂ ਵਿਸ਼ਵਾਸ ਚੱਕਿਆ ਗਿਆ ਤਾਂ ਫਿਰ ਤੁਹਾਨੂੰ ਪਤਾ ਅਰਾਜਕਤਾ ਫੈਲਣ ਤੇ ਟਾਈਮ ਨਹੀਂ ਲੱਗਣਾ। ਜਿੰਨੀ ਕਿ ਜਨਤਾ ਵੱਧਦਾ ਨਾ, ਉਨੀ ਕੁ ਤੇਜ਼ੀ ਨਾਲ ਅਰਾਜਕਤਾ ਵੀ ਫੈਲੂਗੀ। ਜੀ ਜੀ ਬਰਾੜ ਸਾਹਿਬ, ਗੱਲ ਕਰਦੇ ਜੀ ਰਫੇਲ ਦੇ ਉੱਤੇ ਦੱਸਿਆ ਜਾ ਰਿਹਾ ਇੱਕ ਪੋਰਟਲ ਹੈਗਾ ਜੀ ਆਪਣੇ ਫਰਾਂਸੀਸੀ ਅਖਬਾਰ ਦੇ ਮੁਤਾਬਕ ਦਾਸੋ ਵੱਲੋਂ ਕਿਹਾ ਗਿਆ ਜੀ ਜੈਟ ਵੇਚਣ ਲਈ ਪੈਸੇ ਦਿੱਤੇ ਗਏ ਨੇ, ਜਿਹਦੇ ਵਿੱਚ 65 ਕਰੋੜ ਰੁਪਏ ਦੀ ਰਿਸ਼ਵਤ ਦੀ ਗੱਲ ਕੀਤੀ ਗਈ ਹੈ, ਜਦ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਦੇਖੋ, ਇਹ ਤਾਂ ਨਾ ਜਦੋਂ ਸਰਕਾਰਾਂ ਹੁੰਦੀਆਂ ਪਾਵਰ 'ਚ ਉਦੋਂ ਗੱਲਾਂ ਹੋਰ ਹੁੰਦੀਆਂ, ਜਦੋਂ ਓਪੋਜੀਸ਼ਨ 'ਚ ਹੋ ਜਾਂਦੀਆਂ ਗੱਲਾਂ ਉਦੋਂ ਹੋਰ ਹੋ ਜਾਂਦੀਆਂ। ਜਦੋਂ ਤਾਂ ਓਪੋਜੀਸ਼ਨ 'ਚ ਹੁੰਦੀਆਂ ਉਦੋਂ ਦੂਜੀਆਂ ਸਰਕਾਰਾਂ ਦੇ ਮੁੱਦੇ ਠਾਏ ਜਾਂਦੇ ਆ, ਉਹਨਾਂ ਦੇ 2G 4G ਕਿੱਡੇ ਕਿੱਡੇ ਘਪਲਿਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਤੇ ਅਖੀਰ ਦੇ ਵਿੱਚ ਬਾਅਦ 'ਚ ਤਾਂ ਬਰੀ ਹੁੰਦੇ ਰਹਿੰਦੇ ਆ ਲੋਕ ਸਾਰੇ। ਸੋ ਇਹ ਨਾ ਇਹਨਾਂ 'ਚ ਸਾਡੇ ਕਰਲਾਏ ਨਾਲ ਕੁਝ ਨਹੀਂ ਬਣ ਲੱਗਿਆ ਨਾ। ਜਿਹੜੀਆਂ ਏਜੰਸੀਆਂ ਉਹ ਏਜੰਸੀਆਂ ਸਰਕਾਰ ਦੀਆਂ ਹੀ ਆ ਨਾ, ਸਰਕਾਰ ਦੇ ਅੰਡਰ ਹੀ ਚੱਲਦੀਆਂ ਨਾ। ਉਹ ਕੋਈ ਇਹ ਤਾਂ ਹੈ ਨਹੀਂ ਵੀ ਏਜੰਸੀਆਂ ਇੱਕ ਸੁਪਰੀਮ ਕੋਰਟ ਵਾਂਗੂ ਇੱਕ ਪਾਵਰ ਆ ਜਿਹੜੀ ਕਿ ਸੁਪਰੀਮ ਕੋਰਟ ਜੇ ਝਾੜ ਪਾ ਸਕਦੀ ਹੈ ਸਰਕਾਰ ਨੂੰ, ਪਰ ਏਜੰਸੀ ਤਾਂ ਨਹੀਂ ਝਾੜ ਪਾ ਸਕਦੀ। ਏਜੰਸੀ ਨੂੰ ਤਾਂ ਜੇ ਸਰਕਾਰ ਭੇਜੂਗੀ, ਫੰਡ ਦੇਊ, ਤਾਂ ਏਜੰਸੀ ਨੇ ਕੰਮ ਕਰਨਾ। ਸੋ ਏਜੰਸੀਆਂ ਨੂੰ ਪਤਾ ਵੀ ਜੇ ਕਿਤੇ ਅਨਿਲ ਅੰਬਾਨੀ ਦੀ ਮਾਰ ਪੈਂਦੀ ਹੈ, ਮੁਕੇਸ਼ ਨੂੰ ਮਾਰ ਪੈਂਦੀ ਹੈ, ਅਡਾਨੀ ਨੂੰ ਮਾਰ ਪੈਂਦੀ ਹੈ, ਤਾਂ ਕਿਵੇਂ ਕੁਝ ਕਰਨਗੇ। ਸੋ ਇਹ ਬਹੁਤ ਵੱਡੀ ਜਿਹੜੀ ਅਸੀਂ ਸਾਜ਼ਿਸ਼ ਦੇ ਸ਼ਿਕਾਰ ਹੋ ਰਹੇ ਹਾਂ ਵੀ ਇਹ ਸਰਕਾਰ ਆ, ਸਰਮਾਏਦਾਰਾਂ ਦੀ ਸਰਕਾਰ ਆ, ਸਿਰਫ ਕੁਝ ਇੱਕ ਸਰਮਾਏਦਾਰਾਂ ਲਈ ਕੰਮ ਕਰ ਰਹੀ ਆ, ਤੇ ਸਰਮਾਏਦਾਰੀ ਇਹਨਾਂ ਸੌਦਿਆਂ ਦੇ ਵਿੱਚ ਸ਼ਾਮਲ ਆ, ਆਮ ਬੰਦਾ ਤਾਂ ਕਿਤੇ ਸ਼ਾਮਲ ਨਹੀਂ। ਸੋ ਇਸ ਕਰਕੇ ਇਹ ਰਫਾਲ ਹੋਇਆ। ਤੇ ਚਾਹੇ ਅਸੀਂ ਇਹ ਤਾਂ ਛੱਡੋ, ਤੁਸੀਂ ਹੁਣ ਇੱਕ ਇਹ ਤਾਂ ਕਿ ਰਿਸ਼ਵਤ ਦਾ ਮਾਮਲਾ, ਪੈਸੇ ਦਾ ਮਾਮਲਾ ਸਿੱਧਾ ਤੌਰ ਤੇ ਜਨਤਾ ਨਾਲ ਨਹੀਂ ਜੁੜਿਆ ਉਹਨਾਂ। ਅਸੀਂ ਤਾਂ ਜਿਹੜਾ ਇਨਸਾਫ 35 ਸਾਲਾਂ ਤੋਂ ਦਿੱਲੀ ਦੰਗਿਆਂ ਦਾ ਮੰਗੀ ਜਾਂਦੇ ਆ, ਉਹਦਾ ਨਹੀਂ ਕਿਸੇ ਨੇ ਦਿੱਤਾ, ਕਿਸੇ ਨੇ ਕੀਤੀ ਕੋਈ ਗੱਲ। ਹੋਰ ਬਥੇਰੇ ਇਹੋ ਜਿਹੇ ਮਸਲੇ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਪਾਤਰ ਸਾਹਿਬ ਦੇ ਕਹਿਣ ਨੂੰ ਵੀ ਬਿਰਖ ਬਣ ਜਾਂਦੇ ਆ ਅਦਾਲਤਾਂ 'ਚ ਗੇੜੇ ਮਾਰਦੇ। ਸੋ ਉਹ ਚੀਜ਼ਾਂ ਨੂੰ ਸਾਨੂੰ ਜਿਹੜਾ ਦੇਖਣਾ ਪੈਣਾ ਵੀ ਇਹ ਸਰਕਾਰਾਂ ਨਾ, ਜਦੋਂ ਅਸੀਂ ਇੰਨੇ ਬਹੁਮਤ ਨਾਲ ਜਿਤਾਉਣੇ ਆ ਤੇ ਉਦੋਂ ਬਾਅਦ ਆਪੋਜੀਸ਼ਨ ਨੂੰ ਕਮਜ਼ੋਰ ਕਰਦੇ ਆ, ਤਾਂ ਇਹੋ ਜਿਹੇ ਜਿਹੜੇ ਸਖਤ ਫੈਸਲੇ ਆ ਜਿਹੜੇ ਪਬਲਿਕ ਦੇ ਉਲਟ ਉਹ ਆਉਂਦੇ ਰਹਿਣਗੇ। ਮੇਰਾ ਤਾਂ ਇਹ ਮੰਨਣਾ ਵੀ ਕਿਸੇ ਵੀ ਪਾਰਟੀ ਨੂੰ ਐਡਾ ਵੱਡਾ ਬਹੁਮਤ ਨਹੀਂ ਮਿਲਣਾ ਚਾਹੀਦਾ। ਜਦੋਂ ਵੱਡਾ ਬਹੁਮਤ ਮਿਲਦਾ ਨਾ, ਉਦੋਂ ਗੱਲਾਂ ਹੋਰ ਹੀ ਹੁੰਦੀਆਂ। ਹੁਣ ਤੁਸੀਂ ਇਸੇ ਸਰਕਾਰ ਦੀ ਇੱਕ ਗੱਲ ਦੇਖ ਲਓ, 14 ਤੋਂ ਲੈ ਕੇ ਜਿਹੜਾ ਪਹਿਲੀ ਸਰਕਾਰ ਬਣੀ ਆ, ਉਦੋਂ ਕਿਉਂ ਇਹਨਾਂ ਨੇ 370 ਖਤਮ ਕਰਤੀ? ਉਦੋਂ ਕਿਉਂ ਇਹਨਾਂ ਨੇ ਕੋਈ ਹੋਰ ਸਟੈਪ ਚੱਕ ਲਿਆ? ਕੋਈ ਸਖਤ ਸਟੈਪ ਨਹੀਂ ਚੱਕਿਆ। ਉਦੋਂ ਪਤਾ ਸੀ, ਉਦੋਂ ਇਹਨਾਂ ਕੋਲੇ ਪਾਵਰ ਇਸ ਲੈਵਲ ਦੀ ਨਹੀਂ ਸੀ। ਉਹਨਾਂ ਨੇ ਲੋਕਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ, ਲੋਕਾਂ ਤੋਂ ਵੱਧ ਪਾਵਰ ਲੈਣ ਦੀ ਕੋਸ਼ਿਸ਼ ਕੀਤੀ, ਤੇ ਉਹ 'ਚ ਹੌਲੀ ਹੌਲੀ ਉਹ ਕਾਮਯਾਬ ਹੋ ਗਏ। ਚਾਹੇ ਉਹ ਬਾਈ ਕਿਵੇਂ ਉਹ ਕਾਮਯਾਬ ਹੋ ਗਿਆ, ਚਾਹੇ ABM ਦਾ ਘਟਾਲਾ ਲਾਓ, ਕੁਝ ਵੀ ਹੋਇਆ। ਤੇ ਅਖੀਰ ਨੂੰ ਹੁਣ ਜਦੋਂ ਫੁੱਲ ਪਾਵਰ ਹੋ ਗਈ ਤੇ ਹੁਣ ਉਹ ਆਪਦੀ ਮਰਜ਼ੀ ਦੇ ਫੈਸਲੇ ਕਰਦੇ ਆ। ਸੋ ਸਾਨੂੰ ਚਾਹੀਦਾ, ਜੇ ਅਸੀਂ ਲੈ ਕੇ ਆਈਏ ਨਾ, ਅਸੀਂ ਸਰਕਾਰ ਐਡੀ ਰੰਗ ਬਰੰਗੀ ਲੈ ਕੇ ਆਈਏ ਜਿਹਦੇ 'ਚ ਹਰ ਵਰਗ ਦੀ ਆਵਾਜ਼ ਚੱਕੀ ਜਾਂਦੀ ਹੋਵੇ, ਤੇ ਕੋਈ ਮਤਾ ਪਾਸ ਹੋਣ ਲੱਗੇ ਨਾ, ਪਤਾ ਲੱਗੇ ਲੋਕਾਂ ਨੂੰ ਵੀ ਕਿੰਨੀ ਕਿੱਥੋਂ ਕੱਢਣਾ। ਮੈਂ ਪਿਛਲੇ ਹਫ਼ਤੇ ਸ਼ਾਇਦ ਕਿਹਾ ਸੀ ਵੀ ਸਾਨੂੰ ਵੱਖਰੇ ਕੈਂਡੀਡੇਟ ਖੜੇ ਕਰਨੇ ਚਾਹੀਦੇ ਆ। ਛੱਡੋ ਪਾਰਟੀਆਂ ਨੂੰ, ਕਿਸਾਨਾਂ ਨੂੰ ਛੱਡੋ, ਤੁਸੀਂ ਆਪਦੇ 40 ਪਿੰਡਾਂ 'ਚ ਤਾਂ ਇੱਕ ਚੰਗਾ ਬੰਦਾ ਲੱਭ ਸਕਦੇ ਹੋ ਨਾ, ਤਾਂ ਉੱਥੇ ਫਾਰਮੂਲਾ ਵੀ ਕੰਮ ਕਰੂਗਾ। ਜੇ ਹੁਣ ਮੰਨ ਲਈਏ ਪੰਜਾਬ ਦੀ ਇਕੱਲੀ ਗੱਲ ਕਰੀਏ, 117 ਬੰਦੇ ਵੱਖ-ਵੱਖ ਕਲਚਰ, ਵੱਖ-ਵੱਖ ਥਾਂ ਤੋਂ ਚੁਣ ਕੇ ਆ ਗਏ, ਵੱਖ-ਵੱਖ, ਪਰ ਉਹਨਾਂ 'ਚ ਕੁਆਲਿਟੀ ਆ, ਏਬਿਲਿਟੀ ਆ, ਉਹ ਬੰਦੇ ਕੁਝ ਕਰ ਗੁਜ਼ਰਨ ਵਾਲੇ ਆ, ਉਹਨਾਂ ਦੇ ਵਿਸ਼ਵਾਸ ਆ ਉਹਨਾਂ ਦੇ ਇਲਾਕੇ ਨੂੰ, ਤਾਂ ਕਿਵੇਂ ਨਾ ਨਤੀਜੇ ਆਉਣਗੇ। ਉਹ ਕਦੇ ਵੀ ਚੰਗੇ ਕਾਰਜ 'ਚ ਜਦੋਂ ਵਿਧਾਨ ਸਭਾ 'ਚ ਪਾਸ ਹੋਊ ਵੜਿੱਕਾ ਨਹੀਂ ਬਣਨਗੇ, ਤੇ ਕਦੇ ਵੀ ਮਾੜੇ ਕਾਰਜ ਦੇ ਨਾਲ ਨਹੀਂ ਖੜਨਗੇ। ਜੇ ਕੋਈ ਜਾਗਦੀ ਜ਼ਮੀਰ ਵਾਲੇ ਸੀ ਚੁਣ ਕੇ ਉੱਥੇ ਭੇਜੀਏ। ਬਣਿਆ ਤਾਂ ਲੋਕਤੰਤਰ ਇਸੇ ਲਈ ਸੀ, ਪਰ ਲੋਕਤੰਤਰ ਦੀਆਂ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਧੱਜੀਆਂ ਉੱਡੀਆਂ ਹੋਈਆਂ। ਜੀ ਬਿਲਕੁਲ ਮਿੰਟੂ ਬਰਾੜ, ਤੁਸੀਂ ਬਿਲਕੁਲ ਸਹੀ ਫਰਮਾਇਆ ਜੀ। ਗੱਲ ਕਰਦੇ ਸੂਬਾ ਪੰਜਾਬ ਦੀ ਜੀ, ਪੰਜਾਬ ਮੰਤਰੀ ਮੰਡਲ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਜੀ, ਜਿਹਦੇ ਵਿੱਚ ਕਿਆਸ ਰਗਾਈਆਂ ਜਿਹੜੀਆਂ ਹੈਗੀਆਂ ਲਾਈਆਂ ਜਾ ਰਹੀਆਂ ਨੇ ਕਿ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ, ਤੇ ਨਾਲ ਹੀ ਕੇਂਦਰੀ ਖੇਤੀ ਕਾਨੂੰਨ ਜਿਹੜੇ ਖੇਤੀ ਸੰਬੰਧੀ ਬਣੇ ਹੋਏ ਨੇ ਉਹਨੂੰ ਮੂਲੋਂ ਹੀ ਰੱਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਵੱਲੋਂ ਵੀ ਇਹ ਮੀਟਿੰਗ ਕੀਤੀ ਗਈ ਸੀ, ਪਰ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਸੀ। ਸੋ ਨਵੀਂ ਸਰਕਾਰ ਹੈ ਜੀ, ਨਵੇਂ ਮੁੱਖ ਮੰਤਰੀ ਨੇ, ਉਹਨਾਂ ਨਾਲ ਮੀਟਿੰਗ ਹੋਣੀ ਹੈ ਜੀ, ਦੇਖੋ ਕੀ ਬਣਦਾ।
ਦੇਖੋ ਹੁਣ ਸਰਕਾਰ ਭਾਵ ਚੁੱਕੀ ਆ ਵੀ ਜਿਹੜਾ ਹੁਣ ਲੋਹਾ ਗਰਮ ਆ ਤੇ ਹੁਣ ਸੱਟ ਮਾਰੀ ਜਾਵੇ। ਉਸ ਦੇ ਤੌਰ ਤੇ ਚੰਨੀ ਸਰਕਾਰ ਆ ਥਾਂ ਥਾਂ ਤੇ ਸੱਟਾਂ ਮਾਰ ਰਹੀ ਹੈ, ਚਾਹੇ ਉਹ ਦੀਵਾਲੀ ਦੇ ਅਸਿਸਟੈਂਟ ਦੇ ਕੇ, ਤੇ ਚਾਹੇ ਹੁਣ ਲੋਕਾਂ ਨੂੰ ਨੌਕਰੀਆਂ ਦਾ ਭਰਮ ਪਾ ਕੇ, ਤੇ ਚਾਹੇ ਹੁਣ ਲੋਕਾਂ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆ। ਦੇਖੋ ਇਹਨਾਂ ਦੇ ਕਾਲੇ ਕਾਨੂੰਨ ਰੱਦ ਕਰੇ ਕੋਈ ਇਹਨਾਂ ਕਿਸੇ ਨੂੰ ਬੈਨੀਫਿਟ ਨਹੀਂ ਹੋਣ ਲੱਗਿਆ ਜੇਕਰ ਸੈਂਟਰ ਸਰਕਾਰ ਨਹੀਂ ਜਿੰਨਾ ਚਿਰ ਵਾਪਸ ਲੈਂਦੀ। ਇੱਕ ਟੈਕਨੀਕਲੀ ਇੱਕ ਇਸ਼ੂ ਜ਼ਰੂਰ ਖੜਾ ਹੋ ਜਾਊਗਾ, ਉਹ ਸਟੇ ਲਿਆਉਣਗੇ, ਬਸ ਉਹ ਟੈਕਨੀਕਲੀ ਜੀ ਇੱਕ ਗੱਲ ਰਹਿ ਜੂ। ਤੇ ਪਰ ਹਾਂ ਜਿਹੜਾ ਫਾਇਦਾ ਹੋਊਗਾ ਉਹ ਸਿੱਧੇ ਰੂਪ ਚ ਸਰਕਾਰ ਕਾਂਗਰਸ ਨੂੰ ਹੋਊਗਾ ਜਦੋਂ ਜਿਹੜੀ ਅਨਾਉਂਸ ਕਰੂਗੀ। ਸੋ ਹੁਣ ਦੂਜਾ ਪੱਖ ਇਹ ਆ ਵੀ ਅਸੀਂ ਇੰਨੇ ਕੁ ਬੇਵਕੂਫ ਨਹੀਂ ਰਹੇ ਹੁਣ ਜਿੰਨੇ ਕੁ ਪਹਿਲਾਂ ਹੁੰਦੇ ਸੀ ਵੀ ਸਾਨੂੰ ਚੋਣਾਂ ਦੇ ਅਗਲੇ ਲਾਸਟ 6 ਮਹੀਨਿਆਂ ਚ ਜਿਹੜੇ ਸਬਜ਼ ਬਾਗ ਦਿਖਾ ਕੇ ਤੇ ਸਾਨੂੰ ਭਰਮਾ ਲਿਆ ਜਾਂਦਾ ਸੀ। ਪਰ ਹੁਣ ਮੈਨੂੰ ਲੱਗਦਾ ਬਹੁਤ ਜਾਗਰੂਕ ਹੋ ਗਈ ਹੈ ਦੁਨੀਆ। ਹੁਣ ਸਭ ਨੂੰ ਪਤਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਤੋੜਨ ਦਾ ਕੰਮ ਜਾਂ ਚੰਨੀ ਨੂੰ ਬਣਾਉਣ ਦਾ ਕੰਮ ਜਾਂ ਹੁਣ ਤੇ 2.5 ਮਹੀਨਿਆਂ ਚ ਤੇਜ਼ੀ ਤਰ੍ਹਾਂ ਇੰਨਾ ਕੰਮ ਕਰਨ ਦੇ ਜਿਹੜੇ ਕਾਰਨ ਆ ਉਹ ਇਲੈਕਸ਼ਨ ਦਾ ਹੈ, ਹੋਰ ਕੀ ਆ। ਸੋ ਸਾਨੂੰ ਇਹ ਭਰਮਾਂ ਚੋਂ ਨਿਕਲਣਾ ਪੈਣਾ। ਬਰਾੜ ਸਾਹਿਬ, ਵਿਧਾਨ ਸਭਾ ਚੋਣਾਂ 2022 ਦੀਆਂ ਬੜੀ ਛੇਤੀ ਆਉਣ ਵਾਲੀਆਂ ਨੇ, ਕੁਝ ਹੀ ਚੰਦ ਮਹੀਨੇ ਰਹਿ ਗਏ ਨੇ ਵਿੱਚ, ਤੇ ਅਜੇ ਤੱਕ ਕੋਈ ਅਜਿਹਾ ਚਿਹਰਾ ਸਾਹਮਣੇ ਨਹੀਂ ਆਇਆ ਜਿਹਦੇ ਤੇ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਆਹ ਪਾਰਟੀ ਆ ਜਾਂ ਆਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਚੋਣਾਂ ਦੇ ਵਿੱਚ ਜਿਤਾਉਣਾ। ਕਿਉਂਕਿ ਖਾਸ ਕਰਕੇ ਜਿਹੜੀਆਂ ਅਸਰ ਰਸੂਖ ਰੱਖਦੀਆਂ ਪਾਰਟੀਆਂ, ਪੁਰਾਣੀਆਂ ਪਾਰਟੀਆਂ, ਕਾਂਗਰਸ ਆਪਣਾ ਭਾਜਪਾ ਹੋ ਗਈ, ਅਕਾਲੀ ਹੋ ਗਏ, ਜਾਂ ਫਿਰ ਨਾਲ ਬਸਪਾ ਹੋ ਗਈ ਹੈ ਜੀ, ਤੇ ਆਮ ਆਦਮੀ ਪਾਰਟੀ ਦੀ ਪਾਰਟੀ ਹੈ। ਪਰ ਉਸ ਤੋਂ ਇਲਾਵਾ, ਉਸ ਤੋਂ ਸਿਵਾਏ ਕੋਈ ਅਜਿਹੀ ਪਾਰਟੀ ਨਹੀਂ ਦਿਖਦੀ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਕੋਈ ਅਸਰ ਰਸੂਖ ਹੋਇਆ ਹੋਵੇ ਜਾਂ ਇਹ ਮਨ ਦੇ ਵਿੱਚ ਹੋਇਆ ਹੋਵੇ ਕਿ ਇਹਨਾਂ ਪਾਰਟੀਆਂ ਤੋਂ ਵੱਖਰੀ ਕੋਈ ਪਾਰਟੀ ਹੈ ਜਿਹਨੂੰ ਅਸੀਂ ਵੋਟ ਪਾਵਾਂਗੇ। ਦੇਖੋ ਜੀ, ਇੱਕ ਬਹੁਤ ਪੁਰਾਣੀ ਇਹ ਕਹਾਵਤ ਆ, ਸਾਡੇ ਸਿਆਣੇ ਕਹਿੰਦੇ ਆਏ ਆ ਵੀ ਦੁਨੀਆ ਤਾਂ ਨਹੀਂ ਗਰਕ ਰਹੀ ਵੀ ਦੁਨੀਆ 'ਚ ਮਾੜੇ ਲੋਕ ਬਹੁਤ ਆ ਜਾਂ ਮਾੜੇ ਲੋਕ ਮਾੜਾ ਕਰਨ ਵਾਲੇ ਬਹੁਤ ਆ। ਦੁਨੀਆ ਤਾਂ ਗਰਕ ਰਹੀ ਹੈ ਵੀ ਚੰਗੇ ਬੰਦੇ ਚੁੱਪ ਕਰੇ ਬੈਠੇ। ਅਸਲ ਦੇ ਵਿੱਚ ਆਹ ਪ੍ਰੋਬਲਮ ਆ। ਜੇ ਸਾਡੇ ਚੰਗੇ ਲੋਕ ਜਿੰਨਾ ਚਿਰ ਨਹੀਂ ਉੱਠਦੇ, ਉਹ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ, ਉਹ ਸਾਹਮਣੇ ਆ ਕੇ ਆਪਦਾ ਫਰਜ਼ ਨਹੀਂ ਨਿਭਾਉਂਦੇ, ਉਹਨਾਂ ਚਿਰ ਇਹ ਗੱਲਾਂ ਨਹੀਂ ਹੋਣੀਆਂ। ਤੇ ਇੱਕ ਚੰਗੇ ਬੰਦੇ ਨੂੰ ਇਹੋ ਜਿਹੇ ਥਾਂ ਆਉਣ ਵਾਸਤੇ ਆਪਦਾ ਜਿਹੜਾ ਇੱਕ ਪ੍ਰੋਬਲਮ ਹੁੰਦੀ ਆ, ਜਦੋਂ ਤੁਸੀਂ ਬਾਹਲੇ ਸਾਫ਼ ਸੁਥਰਾ ਕੰਮ ਕਰਦੇ ਹੋ ਨਾ, ਤੁਸੀਂ ਜਜ਼ਬਾਤੀ ਬਹੁਤ ਹੁੰਦੇ ਹੋ। ਜਜ਼ਬਾਤੀ ਹੁੰਦੇ ਤਾਂ ਤੁਹਾਡਾ ਦਿਲ ਬਹੁਤ ਟੁੱਟਦਾ। ਮਾੜਾ ਜਿਹਾ ਕਿਸੇ ਨੇ ਨਿੱਕਾ ਜਿਹਾ ਇਲਜ਼ਾਮ ਲਾਤਾ, ਨਿੱਕਾ ਜਿਹਾ ਦਾਨਾ ਮਾਰਦਾ, ਤੁਹਾਡਾ ਦਿਲ ਟੁੱਟ ਜਾਂਦਾ। ਸੋ ਇਹਨਾਂ ਚੀਜ਼ਾਂ ਚੋਂ ਜਜ਼ਬਾਤੀ ਹੋ ਕੇ ਬਾਹਰ ਨਿਕਲਣਾ ਪਊ। ਜਜ਼ਬਾਤਾਂ ਚੋਂ ਬਾਹਰ ਨਿਕਲ ਕੇ ਤੇ ਇੱਕ ਸਮਾਜ ਦੀ ਜਿਹੜੀ ਅਸਲੀ ਭਲਾਈ, ਅਸਲੀ ਸੇਵਾ, ਉਹਦੇ ਤੇ ਆਉਣਾ ਪਊਗਾ। ਮੈਨੂੰ ਅੱਜ ਵੀ ਉਮੀਦ ਆ ਵੀ ਪੰਜਾਬ ਦੇ ਨਾ ਪਿੰਡ ਪਿੰਡ 'ਚ ਛੱਡੋ, ਬਹੁਤ ਸਾਰੀਆਂ ਪੱਤੀਆਂ 'ਚ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਿ ਡਿਜ਼ਰਵਿੰਗ ਆ, ਜਿਨ੍ਹਾਂ ਨੂੰ ਗਿਆਨ ਆ, ਜਿਨ੍ਹਾਂ 'ਚ ਭਾਵਨਾ ਕੁਛ ਕਰ ਗੁਜ਼ਰਨ ਦੀ, ਜਿਨ੍ਹਾਂ 'ਚ ਇਮਾਨਦਾਰੀ ਆ, ਜਿਨ੍ਹਾਂ ਨੂੰ ਸਾਰਾ ਕੁਝ ਉਹ ਕੈਪੇਬਲ ਆ। ਪਰ ਲੋੜ ਆ, ਜੇ ਮੰਨ ਲਓ ਹੁਣ ਕੋਈ ਵੀ ਆਪਾਂ ਕਿਸੇ ਦਾ ਉਦਾਹਰਨ ਦਿੰਦੇ ਆ, ਮੈਂ ਕਿਸੇ ਬੰਦੇ ਨੇ ਕਹਿਣਾ ਵੀ ਉਹ ਬੰਦਾ ਕੈਪੇਬਲ ਆ ਤੇ ਮੈਂ ਆਸ ਕਰਦਾ ਵੀ ਉਹ ਬੰਦਾ ਉੱਠ ਕੇ ਤੁਰੂਗਾ ਤੇ ਫਿਰ ਮੈਂ ਉਹਦੇ ਨਾਲ ਲੱਗੂਗਾ। ਨਹੀਂ ਹੋ ਸਕਦਾ ਉਸ ਬੰਦੇ ਦੀ ਝਿਜਕ ਹੋਵੇ। ਇਹ ਤਾਂ ਸਾਨੂੰ ਕਰਨਾ ਪਊ। ਪਿੰਡਾਂ ਨੂੰ ਪੰਚਾਇਤਾਂ ਸੱਦਣੀਆਂ ਪੈਣੀਆਂ, ਗ੍ਰਾਮ ਸਭਾਵਾਂ ਸੱਦਣੀਆਂ ਪੈਣੀਆਂ, ਤੇ ਫਿਰ ਉਹਦੇ ਤੇ ਇੱਕ ਮਹਾ ਸਭਾਵਾਂ ਸੱਦ ਕੇ, ਹੁਣ ਪਿੰਡਾਂ 'ਚ ਹੋ ਹੀ ਜਾਂਦੀਆਂ ਕਿਸਾਨਾਂ ਦੀਆਂ ਮਹਾ ਪੰਚਾਇਤਾਂ, ਪਰ ਇਹ ਮਹਾ ਪੰਚਾਇਤਾਂ ਹੋਣੀਆਂ ਚਾਹੀਦੀਆਂ ਕੈਂਡੀਡੇਟ ਚੁਣਨ ਲਈ। ਮੇਰਾ ਕੈਂਡੀਡੇਟ ਚੁਣਨ ਲਈ ਜਿਹੜੀ ਕਨਸਟੀਟਿਊਸੀ ਆ ਉਹਨਾਂ ਨੂੰ ਆਪਣੀ ਮਹਾ ਪੰਚਾਇਤ ਕਰਕੇ ਤੇ ਉਹਦੇ 'ਚ ਇਮਾਨਦਾਰੀ ਨਾਲ ਗੁਰੂ ਮਹਾਰਾਜ ਦੀ ਸਹੁੰ ਖਾ ਕੇ, ਨਾ ਕਿ ਕੈਪਟਨ ਵਾਂਗੂ ਸਹੁੰ ਖਾ ਕੇ, ਪ੍ਰੋਪਰ ਸਹੁੰ ਖਾ ਕੇ ਇਹ ਗੱਲਾਂ ਕਹੀਆਂ ਜਾਣ ਵੀ ਭਾਈ ਤੁਸੀਂ ਸਾਰੇ ਰੈਫਰ ਕਰੋ ਕਿਹੜੇ ਕਿਹੜੇ ਬੰਦੇ ਕਿੱਥੇ ਬੇਦਾਗ ਤੇ ਕਿੱਥੇ ਆ। ਤੇ ਕੀ ਅਸੀਂ ਇੱਕ ਦੋ ਬੰਦੇ ਇੱਕ ਕਨਸਟੀਟਿਊਸ਼ਨ 'ਚ ਬੇਦਾਗ ਨਹੀਂ ਲੱਭ ਸਕਦੇ? ਲੱਭ ਸਕਦੇ ਆ। ਪਰ ਸਾਨੂੰ ਪ੍ਰੋਬਲਮ ਪਤਾ ਕਿੱਥੇ ਆ ਜਾਂਦੀ ਹੈ? ਸਾਨੂੰ ਚਾਹੀਦਾ ਇੱਕ ਲੀਡਰ, ਸਾਨੂੰ ਚਾਹੀਦਾ ਇੱਕ ਮੂਹਰੇ ਲਾ ਕੇ ਮੂਰਖ ਬਣਾਉਣ ਵਾਲਾ ਬੰਦਾ, ਜਿਹੜਾ ਮੂਰਖ ਬਣਾਵੇ। ਬਸ ਉਸ ਤੋਂ ਬਾਅਦ ਅਸੀਂ ਕੁਝ ਵੀ ਕਰਦੇ ਤੁਰੇ ਜਾਵਾਂਗੇ, ਉਹਦੇ ਮਗਰ ਲੱਗ ਜਾਾਂਗੇ, ਪਰ ਆਪ ਨਹੀਂ ਅਸੀਂ ਕੁਝ ਕਰਨਾ। ਸੋ ਮੈਂ ਤਾਂ ਬੇਨਤੀ ਕਰਦਾ ਪਿੰਡ ਪਿੰਡ ਸਾਰੇ ਨੌਜਵਾਨਾਂ ਨੂੰ, ਸਭ ਨੂੰ ਰਲ ਕੇ ਨਾ ਇੱਕ ਇੱਕ ਬੰਦਾ ਇਹੋ ਜਿਹਾ ਭਾਲੋ ਜਿਹੜਾ ਬੇਦਾਗ ਹੋਵੇ ਤੇ ਉਹਨੂੰ ਕਹੋ ਜੀ ਅਸੀਂ ਛੱਡੇ ਪਾਰਟੀਆਂ ਦੇ ਖੜੇ, ਅਸੀਂ ਇਸ ਨੂੰ ਐਮਐਲਏ ਬਣਾ ਕੇ ਭੇਜਣਾ। ਤੇ ਇਹ ਪਹਿਲਾਂ ਪਾਸਟ 'ਚ ਹੋ ਚੁੱਕਿਆ। ਜੇ ਕਹੀਏ ਗੱਲਾਂ ਹੋਈਆਂ ਨਹੀਂ, ਇਹ ਹੋ ਚੁੱਕੀਆਂ। ਬਹੁਤ ਵਾਰੀ ਆਜ਼ਾਦ ਬੰਦਾ ਖੜਾ ਹੋ ਕੇ ਨਾ ਤੇ ਉਹਨੂੰ ਆਜ਼ਾਦ 'ਚ ਜਿਤਾਤਾ, ਕਿਸੇ ਨੂੰ ਲੋੜ ਹੀ ਨਹੀਂ ਪਈ ਉਹਨੂੰ ਕਿਸੇ ਪਾਰਟੀ ਦੀ ਸਪੋਰਟ ਦੀ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ। ਉਮੀਦ ਕਰਦੇ ਹਾਂ ਕਿ ਸਾਡੇ ਪ੍ਰੋਗਰਾਮ ਦੂਜਾ ਪੱਖ ਦੇ ਜ਼ਰੀਏ ਲੋਕੀ ਤੁਹਾਡੀਆਂ ਸਲਾਹਾਂ ਨੂੰ, ਤੁਹਾਡੀ ਐਡਵਾਈਸ ਨੂੰ ਜ਼ਰੂਰ ਸੁਣਨਗੇ ਤੇ ਸ਼ਾਇਦ ਆਪਣੇ ਪ੍ਰੈਕਟੀਕਲ ਵੀ ਲੈ ਕੇ ਆਉਣ ਜੀਵਨ ਦੇ ਵਿੱਚ, ਕਿਉਂਕਿ ਕਾਫੀ ਕੁਝ ਸੁਣਨ ਨੂੰ ਮਿਲਦਾ ਜੀ ਦੂਜਾ ਪੱਖ ਦੇ ਵਿੱਚ। ਲੋਕਾਂ ਦੇ ਅੱਖਾਂ ਦੇ ਉੱਤੇ ਜਿਹੜੀਆਂ ਪੱਟੀਆਂ ਬੰਨੀਆਂ ਹੁੰਦੀਆਂ ਉਹ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਕਿ ਤਸਵੀਰ ਦਿਖਾਈ ਜਾਂਦੀ ਹੈ ਦੂਜੇ ਪੱਖ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇੱਕ ਪੱਖ ਨੂੰ ਲੈ ਕੇ ਚੱਲ ਰਹੇ ਹੋ, ਇੱਕ ਪੱਖ ਇਹ ਵੀ ਹੈ। ਸੋ ਮਿੰਟੂ ਬਰਾੜ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਗਲੇ ਹਫ਼ਤੇ ਮਿਲਦੇ ਹਾਂ ਜੀ ਮੰਗਲਵਾਰ ਨੂੰ। ਧੰਨਵਾਦ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ। ਤੇ ਮੈਂ ਜਾਂਦਾ ਜਾਂਦਾ ਜ਼ਰੂਰ ਕਹਿ ਦਿਆਂ ਜੀ ਵੀ ਜਿਹੜਾ ਦੂਜਾ ਪੱਖ ਆ ਨਾ ਉਹ ਹਰ ਕੋਲੇ ਆ। ਇਹਨੂੰ ਨਜ਼ਰੀਆ ਕਹਿੰਦੇ ਆ।
ਸੋ ਕੋਸ਼ਿਸ਼ ਕਰੋ, ਅਸੀਂ ਤਾਂ ਇੱਕ ਛੇੜਤੀ ਹੈ ਛਿੰਝ, ਤੇ ਤੁਸੀਂ ਅਗਲਾ ਪੱਖ ਦੇਖੋ ਤੇ ਉਹ ਦਿਖਾਓ। ਜੀ ਜੀ, ਧੰਨਵਾਦ ਜੀ ਤੁਹਾਡਾ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।